ਡੀਡੀ ਪੰਜਾਬੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਵੰਦਨਾ ਖੰਨਾ ਤੇ ਸਭ ਤੋਂ ਪਹਿਲਾਂ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਈਦ ਉਲ ਜੁਹਾ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਸ ਦੇ ਨਾਲ ਹੀ ਸਿਲਸਿਲਾ ਸ਼ੁਰੂ ਕਰਦੇ ਹਾਂ ਖਬਰਾਂ ਦਾ। ਰੋਜ਼ਾਨਾ ਦੀ ਤਰ੍ਹਾਂ ਅਖਬਾਰਾਂ ਦੀਆਂ ਖਾਸ ਸੁਰਖੀਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ punjabtribune.com ਦੇ ਸੰਪਾਦਕ ਰਾਜੀਵ ਭਾਸਕਰ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਰਾਜੀਵ ਜੀ ਬਹੁਤ-ਬਹੁਤ ਸਵਾਗਤ ਤੇ ਈਦ ਉਲ ਜੁਹਾ ਦੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ। ਧੰਨਵਾਦ ਜੀ। ਔਰ ਡੀਡੀ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਈਦ ਉਲ ਜ਼ੁਹਾ ਦੀ ਲੱਖ ਵਧਾਈਆਂ। ਔਰ ਇਸ ਤਿਉਹਾਰ ਦੇ ਵਿੱਚ ਸਾਰੇ ਆਪਣੀ ਦੋਸਤੀ ਵਧਾਉਣ ਵਾਸਤੇ, ਦੁਸ਼ਮਣੀ ਖਤਮ ਕਰਨ ਵਾਸਤੇ, ਆਪਸ ਵਿੱਚ ਪਿਆਰ ਵੰਡਣ ਵਾਸਤੇ ਇੱਕ ਦੂਜੇ ਦੇ ਗਲੇ ਮਿਲ ਕੇ ਤੁਸੀਂ ਅੱਜ ਦੇ ਦਿਨ ਈਦ ਮਨਾਈ ਜਾਂਦੀ ਹੈ। ਔਰ ਇਹ ਤਿਉਹਾਰ ਸਾਰੇ ਧਰਮਾਂ ਦੇ ਵਿੱਚ, ਭਾਵੇਂ ਇਹ ਮੁਸਲਮਾਨਾਂ ਦਾ ਤਿਉਹਾਰ ਮੰਨਿਆ ਜਾਂਦਾ ਹੈ, ਪਰ ਸਾਰੇ ਧਰਮ ਇਸ ਤਿਉਹਾਰ ਨੂੰ ਬੜੇ ਹਰਸ਼ ਉਲਾਸ ਨਾਲ ਮਨਾਉਂਦੇ ਨੇ। ਔਰ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਵਧਾਈ। ਬਿਲਕੁਲ ਰਾਜੀਵ ਜੀ, ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਰੋਨਾ ਮਹਾਮਾਰੀ ਦੀ। ਪਿਛਲੇ ਇੱਕ ਮਹੀਨੇ ਦੀ ਗੱਲ ਕਰੀਏ ਤਾਂ 65% ਦੀ ਮਾਮਲੇ ਵਧੇ ਨੇ। ਹਾਲਾਂਕਿ ਠੀਕ ਹੋਣ ਵਾਲਿਆਂ ਦੀ ਦਰ ਜਿਹੜੀ ਹੈ ਉਹ ਵੀ 25% ਵਧੀ ਹੈ ਤੇ ਹੁਣ ਤੱਕ 66% ਜਿਹੜੇ ਕਰੋਨਾ ਮਰੀਜ਼ ਠੀਕ ਹੋ ਚੁੱਕੇ ਨੇ। ਪਰ ਨਾ ਤਾਂ ਮਰੀਜ਼ ਜਿਹੜੇ ਦੁੱਗਣੇ ਹੋਣੋਂ ਹਟੇ ਨੇ ਤੇ ਨਾ ਹੀ ਜਿਹੜੀ ਹੈ ਦਰ ਮੌਤਾਂ ਦੀ ਜਿਹੜੀ ਆ ਉਹਦੀ ਰਫ਼ਤਾਰ ਜਿਹੜੀ ਆ ਉਹ ਘਟੀ ਹੈ। ਕਿਵੇਂ ਵੇਖਦੇ ਹੋ ਇਹਨਾਂ ਆંકੜਿਆਂ ਨੂੰ? ਭਵਿੱਖ ਦੇ ਵਿੱਚ ਕੀ ਨਤੀਜੇ ਹੋ ਸਕਦੇ ਨੇ ਇਸ ਵੱਧਦੀ ਹੋਈ ਰਫ਼ਤਾਰ ਦੇ? ਰਫ਼ਤਾਰ ਵੱਧ ਰਹੀ ਹੈ ਜੀ, ਔਰ ਇਹ ਐਕਸਪੈਕਟਡ ਲਾਈਨ ਤੇ ਵੱਧ ਰਹੀ ਹੈ ਜੀ। ਜੇ ਅਸਰ ਕਹੀਏ ਨਾ ਕਿ ਇਹ ਜਿਹੜੀ ਰਫ਼ਤਾਰ ਵਧੀ ਹੈ ਇਹਦੇ ਨਾਲ ਪਤਾ ਨਹੀਂ ਕੀ ਹੋ ਜਾਊਗਾ, ਹੋਣਾ ਕੁਛ ਨਹੀਂ ਹੈ। ਅਲਟੀਮੇਟਲੀ ਇਹ ਜਿੰਨੀ ਰਫ਼ਤਾਰ ਵੱਧ ਰਹੀ ਹੈ, ਜਿੱਦਾਂ ਅੱਜ ਖਬਰ ਜਦ ਸੁਣੀ ਸਵੇਰੇ ਤੇ 55,000 ਦੇ ਕਰੀਬ ਮਰੀਜ਼ ਕੱਲ੍ਹ, ਜੋ ਹਜੇ ਤੱਕ ਦੀ ਆંકੜਿਆਂ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਮਰੀਜ਼ ਕੱਲ੍ਹ ਆਏ ਨੇ। ਹੁਣ ਇਹ ਮਰੀਜ਼ ਆਉਣ ਦਾ ਮਤਲਬ ਕੀ ਹੈ? ਯਾਨੀ ਉਹ ਆਇਡੈਂਟੀਫਾਈ ਹੋ ਗਏ। 55,000 ਮਰੀਜ਼ ਆਇਡੈਂਟੀਫਾਈ ਹੋ ਗਏ, ਉਹਨਾਂ ਨੂੰ ਕੁਆਰੰਟਾਈਨ ਕੀਤਾ ਗਿਆ, ਉਹਨਾਂ ਦਾ ਇਲਾਜ ਸ਼ੁਰੂ ਹੋਇਆ। ਇਹ ਇੱਕ ਵਧੀਆ ਗੱਲ ਹੈ। ਦੂਜੇ ਪਾਸੇ ਅਗਰ ਤੁਸੀਂ ਇਹ ਗੱਲ ਕਰੋ ਕਿ ਕਈ ਮੈਡੀਕਲ ਐਕਸਪਰਟਸ ਨੇ ਇਹ ਗੱਲ ਕਹੀ ਸੀਗੀ ਕਿ ਇੰਡੀਆ ਨੂੰ ਹਰਡ ਇਮਿਊਨਿਟੀ ਦੀ ਤਰਫ ਜਾਣਾ ਚਾਹੀਦਾ। ਹਰਡ ਇਮਿਊਨਿਟੀ ਹੁੰਦਾ ਹੈ ਕਿ ਜਦ ਤੁਹਾਡੀ ਪਾਪੂਲੇਸ਼ਨ ਦਾ ਮੈਕਸੀਮਮ ਜਿਹੜੀ ਪਾਪੂਲੇਸ਼ਨ ਹੈਗੀ ਆ ਉਹ ਅਗਰ ਕਿਸੇ ਵੀ ਸੰਕਰਮਣ ਤੋਂ ਸੰਕਰਮਿਤ ਹੁੰਦੀ ਹੈ ਤੇ ਉਹਦੇ ਵਿੱਚ ਇੱਕ ਇਮਿਊਨਿਟੀ ਵੱਧਦੀ ਹੈ। ਯਾਨੀ ਮੈਕਸੀਮਮ ਲੋਕ ਤੁਹਾਡੇ ਇਮਿਊਨਿਟੀ ਵਧਾ ਚੁੱਕੇ ਨੇ ਆਪਣੀ। ਔਰ ਉਹਦੇ ਨਾਲ ਕਿਉਂਕਿ ਕਰੋਨਾ ਦਾ ਮੌਤ ਦਾ ਆંકੜਾ ਬਹੁਤ ਘੱਟ ਹੈ, ਇਸ ਕਰਕੇ ਇਸ ਹਰਡ ਇਮਿਊਨਿਟੀ ਦੇ ਰਾਹੀਂ ਵੀ ਇਸ ਗੱਲ ਦਾ ਸਮਾਧਾਨ ਲੱਭਣ ਦੀ ਕੋਸ਼ਿਸ਼ ਮੈਡੀਕਲ ਐਕਸਪਰਟਸ ਨੇ ਕੀਤੀ ਸੀ। ਕਿ ਪਰ ਉਹਦੇ ਵਿੱਚ ਵੀ ਹੁਣ ਦੋ ਵਰਜਨ ਹੈਗੇ ਆ ਕਿ ਹਰਡ ਇਮਿਊਨਿਟੀ ਆਉਣ ਵਿੱਚ ਹਜੇ ਵੀ ਇੰਡੀਆ ਦੇ ਵਿੱਚ ਬਹੁਤ ਟਾਈਮ ਲੱਗੇਗਾ। ਔਰ ਹਰਡ ਇਮਿਊਨਿਟੀ ਤੋਂ ਬਾਅਦ ਪਲਾਜ਼ਮਾ ਬੈਂਕਸ ਦੀ ਗੱਲ ਕਈ ਜਗ੍ਹਾ ਚੱਲੀ, ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਔਰ ਹੋਰ ਕਈ ਸੂਬਿਆਂ ਦੇ ਵਿੱਚ ਪਲਾਜ਼ਮਾ ਬੈਂਕ ਖੁੱਲ੍ਹੇ ਨੇ। ਪੰਜਾਬ ਦੇ ਵਿੱਚ ਪਲਾਜ਼ਮਾ ਬੈਂਕ ਨੂੰ ਖੁੱਲ੍ਹਣ ਤੋਂ ਲੈ ਕੇ ਕੰਟਰੋਵਰਸੀ ਜਦੋਂ ਸ਼ੁਰੂ ਹੋਈ ਸੀ, ਜਦ ਕੁਝ ਹਸਪੀਟਲਸ ਨੇ ਪਲਾਜ਼ਮਾ ਡੋਨੇਟ ਕੀਤੇ ਹੋਏ ਪਲਾਜ਼ਮਾ ਨੂੰ ਅੱਗੇ 20-20 ਹਜ਼ਾਰ ਦਾ ਵੇਚਣ ਦਾ ਫੈਸਲਾ ਕੀਤਾ ਸੀਗਾ, ਜਿਹਦੇ ਵਿੱਚ ਸਰਕਾਰ ਦੀ ਵੀ ਮਨਜ਼ੂਰੀ ਸੀਗੀ। ਪਰ ਸਰਕਾਰ ਨੇ ਅਗਲੇ ਦਿਨ ਹੀ ਉਹ ਫੈਸਲਾ ਪਲਟਦੇ ਹੋਏ ਨਾ ਖਰੀਦਣ ਵਾਸਤੇ ਕੋਈ ਪੈਸੇ ਦੇਣ ਦੀ ਗੱਲ ਕੀਤੀ, ਨਾ ਵੇਚਣ ਵਾਸਤੇ ਕੋਈ ਪੈਸੇ ਦੇਣ ਦੀ ਗੱਲ ਕੀਤੀ। ਪਰ ਫਿਰ ਵੀ ਕਰੋਨਾ ਨੂੰ ਡੀਲ ਕਰਨ ਵਾਸਤੇ ਪੂਰਾ ਦੇਸ਼ ਆਪਣੇ ਹਰ ਸੂਬੇ ਦੀ ਗੱਲ ਕਰੀਏ ਤੇ ਆਪਣੇ ਸਤਰ ਤੇ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਮਹਾਮਾਰੀ ਤੋਂ ਨਾ ਕੇਵਲ ਲੜਿਆ ਜਾਏ ਬਲਕਿ ਇਸ ਲੜਾਈ ਨੂੰ ਜਿੱਤਿਆ ਵੀ ਜਾਏ। ਔਰ ਲੋਕਾਂ ਦਾ ਸਮਰਥਨ ਹਰ ਸੂਬਾ, ਹਰ ਦੇਸ਼ ਮੰਗ ਰਿਹਾ, ਕਿਉਂਕਿ ਲੋਕਾਂ ਦੇ ਸਮਰਥਨ ਤੋਂ ਬਗੈਰ ਅਸੀਂ ਇਸ ਮਹਾਮਾਰੀ ਤੋਂ ਨਹੀਂ ਲੜ ਸਕਦੇ। ਲੋਕਾਂ ਨੂੰ ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਣਾ ਚਾਹੀਦਾ ਹੈ। ਖਾਸ ਕਰਕੇ ਜਿਹੜੇ ਪ੍ਰੀਕਾਸ਼ਨਸ, ਜਿਹੜੀ ਗਾਈਡਲਾਈਨਸ ਵੱਖ-ਵੱਖ ਸੂਬਿਆਂ, ਵੱਖ-ਵੱਖ ਦੇਸ਼ਾਂ ਨੇ, ਵੱਖ-ਵੱਖ ਸਰਕਾਰਾਂ ਨੇ ਇਸ਼ੂ ਕੀਤੀ ਹੈ, ਉਹਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਜੀ ਬਿਲਕੁਲ। ਇਸ ਦੇ ਨਾਲ ਹੀ ਗੱਲ ਜ਼ਿਕਰ ਕਰੀਏ ਸੂਬੇ ਦੀ, ਪੰਜਾਬ ਦੀ, ਤਾਂ 24 ਘੰਟਿਆਂ ਦੇ ਵਿੱਚ 863 ਨਵੇਂ ਮਾਮਲੇ ਜਿਹੜੇ ਨੇ ਕਰੋਨਾ ਦੇ ਉਹ ਸਾਹਮਣੇ ਆਏ ਨੇ। ਪਿਛਲੇ ਹਫ਼ਤੇ ਦੌਰਾਨ ਜਿਹੜਾ ਇਹ ਆંકੜਾ ਸੀ ਉਹ 500 ਸੀ ਔਰ ਫਿਰ 500 ਤੋਂ 600 ਹੋ ਗਿਆ ਤੇ ਹੁਣ ਇਹ 800 ਤੋਂ ਵੀ ਪਾਰ ਹੋ ਚੁੱਕਾ ਹੈ। ਕੀ ਲੱਗਦਾ ਕਿ ਭਵਿੱਖ ਦੇ ਵਿੱਚ ਜਿਹੜੀ ਇਹ ਰਫ਼ਤਾਰ ਹੈਗੀ ਹੈ ਸੂਬੇ ਦੇ ਅੰਦਰ, ਪੰਜਾਬ ਦੇ ਅੰਦਰ ਇਹ ਰਫ਼ਤਾਰ ਜਿਹੜੀ ਹੈਗੀ ਹੈ, ਸਾਡੀਆਂ ਸਿਹਤ ਸਹੂਲਤਾਂ ਇਸ ਰਫ਼ਤਾਰ ਦੇ ਨਾਲ ਨਜਿੱਠਣ ਲਈ ਤਿਆਰ ਨੇ? ਨਹੀਂ, ਇਹਦੇ ਵਿੱਚ ਹਜੇ ਬਹੁਤ ਕੰਮ ਕਰਨ ਦੀ ਲੋੜ ਹੈ। ਕਿਉਂਕਿ ਅਗਰ ਅਸੀਂ ਦੇਖਿਆ ਜਾਏ ਤਾਂ ਮਹਾਰਾਸ਼ਟਰ ਤੋਂ ਬਾਅਦ ਦਿੱਲੀ ਕਿਸ ਤਰ੍ਹਾਂ ਦਾ ਸੂਬਾ ਸੀਗਾ ਜਿਹੜਾ ਇੱਕ ਵੱਡੇ ਪੱਧਰ 'ਤੇ ਸੰਕਰਮਿਤ ਹੋਇਆ ਸੀਗਾ। ਔਰ ਉਹਦੇ ਵਿੱਚ ਜਦ ਡਿਪਟੀ ਚੀਫ ਮਿਨਿਸਟਰ ਦਿੱਲੀ ਦੇ ਮਨੀਸ਼ ਸਿਸੋਦੀਆ, ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ 5.5 ਲੱਖ ਤੋਂ ਜ਼ਿਆਦਾ ਪੇਸ਼ੈਂਟ ਜੁਲਾਈ ਐਂਡ ਤੱਕ ਹੋ ਜਾਣਗੇ। ਹੁਣ ਜੁਲਾਈ ਐਂਡ ਤੋਂ ਬਾਅਦ ਅਸੀਂ ਅੱਜ 1 ਅਗਸਤ ਨੂੰ ਖੜ੍ਹੇ ਹਾਂ, ਪਰ ਉਸ ਸਥਿਤੀ ਨੂੰ ਕੰਟਰੋਲ ਕੀਤਾ ਗਿਆ। ਭਾਵੇਂ ਉਸ ਸਟੇਟਮੈਂਟ ਨੂੰ ਬਾਅਦ 'ਚੋਂ ਕ੍ਰਿਟੀਸਾਈਜ਼ ਕੀਤਾ ਗਿਆ ਕਿ ਨਹੀਂ ਜੀ ਇਹ ਬੜੀ ਗਲਤ ਸਟੇਟਮੈਂਟ ਸੀਗੀ, ਪਰ ਸਟੇਟਮੈਂਟ ਗਲਤ ਜਾਂ ਸਹੀ ਦੀ ਗੱਲ ਤੋਂ ਬਾਅਦ 'ਚੋਂ ਹੈ। ਲੇਕਿਨ ਤੁਸੀਂ ਆਉਣ ਵਾਲੀ ਮਹਾਮਾਰੀ ਦੀ ਇੱਕ ਤਰੀਕੇ ਨਾਲ ਜਦ ਬਹੁਤ ਜ਼ਿਆਦਾ ਵੱਧ ਜਾਏ ਤੇ ਉਹਦੀ ਤਿਆਰੀਆਂ ਕੀ ਕਰਦੇ ਪਏ ਹੋ, ਇਹ ਜ਼ਿਆਦਾ ਇੰਪੋਰਟੈਂਟ ਹੈਗਾ। ਔਰ ਇਸ ਤਿਆਰੀਆਂ ਦੇ
ਮੁੱਦੇ ਤੇ ਪੰਜਾਬ ਕਿਸੇ ਨਾ ਕਿਸੇ ਜਗ੍ਹਾ ਕਾਫੀ ਪਿਛੜਿਆ ਹੋਇਆ ਨਜ਼ਰ ਆਉਂਦਾ, ਕਿਉਂਕਿ ਅਗਰ ਦਿੱਲੀ ਤੋਂ ਇਲਾਵਾ ਮਹਾਰਾਸ਼ਟਰ ਲੈ ਲਓ, ਤੇਲੰਗਾਨਾ ਲੈ ਲਓ ਔਰ ਦੂਜੇ ਸੂਬੇ ਲੈ ਲਓ ਜਿਹਦੇ ਵਿੱਚ ਮਹਾਮਾਰੀ ਜ਼ਿਆਦਾ ਫੈਲੀ ਹੈ, ਉੱਥੇ ਬਹੁਤੀ ਤਿਆਰੀਆਂ ਦੇਖਣ ਨੂੰ ਨਹੀਂ ਮਿਲੀ ਸਿਵਾਏ ਦਿੱਲੀ ਤੇ। ਦਿੱਲੀ ਦੇ ਵਿੱਚ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਨੇ ਮਿਲ ਕੇ ਕੁਝ ਐਦਾਂ ਦੇ ਫੈਸਲੇ ਲਿੱਤੇ ਔਰ ਅੱਜ ਦਿੱਲੀ ਦੇ ਵਿੱਚ ਜਿਹੜੇ ਆંકੜੇ ਨਜ਼ਰ ਆ ਰਹੇ ਨੇ ਉਹਦੇ ਹਿਸਾਬ ਨਾਲ ਕਿਸੇ ਨਾ ਕਿਸੇ ਜਗ੍ਹਾ ਕਰੋਨਾ ਮਹਾਮਾਰੀ ਦੇ ਉੱਤੇ ਨੱਥ ਪਾਈ ਲੱਗਦੀ ਹੈ। ਉਹਦਾ ਸ਼੍ਰੇ ਸੂਬੇ ਦੀ ਸਰਕਾਰ ਨੂੰ ਔਰ ਕੇਂਦਰ ਦੀ ਸਰਕਾਰ ਨੂੰ, ਦੋਨਾਂ ਨੂੰ ਜਾਂਦਾ। ਪਰ ਇੱਕ ਅਜੀਬ ਜੀ ਗੱਲ ਹੈਗੀ ਹੈ ਕਿ ਨਾ ਕੇਂਦਰ ਦੀ ਸਰਕਾਰ ਹਜੇ ਇਸ ਗੱਲ ਦਾ ਸ਼੍ਰੇ ਆਪਣੇ ਆਪ ਲੈ ਰਹੀ ਹੈ। ਨਾਰਮਲੀ ਹੁੰਦਾ ਕੀ ਹੈ ਕਿ ਜਦ ਵੀ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਵਿੱਚ ਕੋਈ ਵੀ ਸਰਕਾਰ ਸਫਲ ਹੁੰਦੀ ਹੈ ਤੇ ਉਹ ਆਪਣੀ ਪਿੱਠ ਆਪ ਥਪਥਪਾਉਂਦੀ ਹੈ ਕਿ ਅਸੀਂ ਜੀ ਕੰਟਰੋਲ ਕਰ ਲਿਆ, ਕਿਉਂਕਿ ਭਾਜਪਾ ਦੀ ਸਰਕਾਰ ਕੇਂਦਰ ਦੇ ਵਿੱਚ ਹੋਣ ਦੇ ਨਾਤੇ ਕਈ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਕਰੋਨਾ ਦੀ ਗਿਣਤੀ ਹਜੇ ਲਗਾਤਾਰ ਵੱਧ ਰਹੀ ਹੈ। ਸਵਾਲ ਉੱਠਦਾ ਹੈ ਕਿ ਅਗਰ ਕੇਂਦਰ ਸਰਕਾਰ ਆਪਣੀ ਪਿੱਠ ਥਪਥਪਾ ਕੇ ਇਹ ਕਹਿੰਦੀ ਹੈ ਕਿ ਦਿੱਲੀ ਦੇ ਵਿੱਚ ਅਸੀਂ ਕਰਤਾ, ਹਾਲਾਂਕਿ ਕੇਂਦਰ ਸਰਕਾਰ ਨੇ ਵੀ ਇਹ ਕਿਹਾ ਕਿ ਦਿੱਲੀ ਦੀ ਸਰਕਾਰ ਨਾਲ ਮਿਲ ਕੇ ਅਸੀਂ ਕਰੋਨਾ ਨੂੰ ਕੰਟਰੋਲ ਕੀਤਾ, ਤੇ ਫਿਰ ਦੂਜੇ ਸੂਬੇ ਜਿਹਦੇ ਵਿੱਚ ਭਾਜਪਾ ਦੀ ਸਰਕਾਰ ਹੈ ਉੱਥੇ ਕਰੋਨਾ ਨੂੰ ਨੱਥ ਕਿੱਦਾਂ ਨਹੀਂ ਪਾਈ ਜਾ ਰਹੀ। ਪਰ ਫਿਰ ਵੀ ਅਸੀਂ ਇਸ ਰਾਜਨੀਤੀ ਦੇ ਵਿੱਚ ਨਾ ਪੈਂਦੇ ਹੋਏ ਕਰੋਨਾ ਨੂੰ ਲੜਨ ਵਾਸਤੇ, ਕਰੋਨਾ ਦੇ ਨਾਲ ਲੜਨ ਵਾਸਤੇ, ਕਰੋਨਾ ਨੂੰ ਖਤਮ ਕਰਨ ਵਾਸਤੇ ਔਰ ਕਰੋਨਾ ਤੋਂ ਆਪਣੀ ਜਨਤਾ ਨੂੰ ਬਚਾਉਣ ਵਾਸਤੇ ਜੋ ਵੀ ਸਟੈਪਸ ਚੱਕਣੇ ਚਾਹੀਦੇ ਹੈ ਉਹ ਬਿਨਾਂ ਕਿਸੇ ਰਾਜਨੀਤੀ ਤੋਂ ਸਾਰੇ ਸੂਬਿਆਂ ਦੀ ਸਰਕਾਰਾਂ ਨੂੰ, ਕੇਂਦਰ ਸਰਕਾਰਾਂ ਨੂੰ ਚੱਕਣੇ ਹੀ ਚਾਹੀਦੇ। ਜੀ ਬਿਲਕੁਲ, ਹੁਣ ਗੱਲ ਕਰਾਂਗੇ ਅਨਲੌਕ 3 ਦੀ। ਪੰਜਾਬ ਸਰਕਾਰ ਨੇ ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਲਾਗੂ ਕਰਨ ਦਾ ਫੈਸਲਾ ਕਰ ਲਿਆ, ਪਰ ਕੁਝ ਸੋਧ ਦੇ ਨਾਲ। ਔਰ ਗੱਲ ਕਰੀਏ 5 ਅਗਸਤ ਤੋਂ ਤਾਂ ਪੰਜਾਬ ਦੇ ਵਿੱਚ ਜਿਮ ਔਰ ਸਟੇਡੀਅਮ ਖੋਲ੍ਹਣ ਦਾ ਫੈਸਲਾ ਕਰ ਲਿਆ ਗਿਆ ਔਰ ਇਸ ਦੇ ਨਾਲ ਹੀ ਰਾਤ ਦਾ ਕਰਫਿਊ ਜਿਹੜਾ ਉਹ ਪੰਜਾਬ ਦੇ ਵਿੱਚ ਜਾਰੀ ਰਹੇਗਾ। ਪੰਜਾਬ ਸਰਕਾਰ ਦਾ ਇਹ ਫੈਸਲਾ, ਜਦਕਿ ਭਾਰਤ ਦੇ ਵਿੱਚ ਇਸ ਫੈਸਲਾ ਜਿਹੜਾ ਉਲਟ ਹੈਗਾ, ਕਰਫਿਊ ਜਿਹੜਾ ਖੋਲ੍ਹ ਦਿੱਤਾ ਗਿਆ ਭਾਰਤ ਦੇ ਵਿੱਚ। ਕਿਵੇਂ ਵੇਖਦੇ ਹੋ ਇਹਨਾਂ ਫੈਸਲਿਆਂ ਨੂੰ? ਅਨਲੌਕ 3 ਦੇ ਫੈਸਲਿਆਂ ਦੇ ਵਿੱਚ ਭਾਵੇਂ ਉਹ ਕੇਂਦਰ ਦੀ ਗਾਈਡਲਾਈਨਸ ਹੋਏ ਜਾਂ ਸੂਬੇ ਦੀ ਸਰਕਾਰਾਂ ਦੀ ਆਪਣੇ ਲਿੱਤੇ ਹੋਏ ਵੱਖ-ਵੱਖ ਫੈਸਲਿਆਂ ਦੀ ਗੱਲ ਹੋਏ, ਜੋ ਵੀ ਫੈਸਲੇ ਲਿੱਤੇ ਜਾ ਰਹੇ ਨੇ ਉਹ ਲੋਕਾਂ ਦੀ ਹਿੱਤ ਦੇ ਵਿੱਚ ਲਿੱਤੇ ਜਾ ਰਹੇ ਨੇ। ਬਿਲਕੁਲ। ਹਾਲਾਂਕਿ ਕੇਂਦਰ ਸਰਕਾਰ ਨੇ ਆਪਣੀ ਗਾਈਡਲਾਈਨਸ ਦੇ ਵਿੱਚ ਇਹ ਗੱਲ ਕਹੀ ਸੀ ਕਿ 5 ਅਗਸਤ ਤੋਂ ਯੋਗਾ ਕੇਂਦਰ, ਜਿਮ ਖੁੱਲ੍ਹਣਗੇ। ਉਸ ਤੋਂ ਬਾਅਦ ਸੂਬੇ ਦੀ ਸਰਕਾਰ ਨੇ ਕੁਝ ਇੱਦਾਂ ਦੀ ਸਟੇਟਮੈਂਟ ਦਿੱਤੀ ਜਿਹਦੇ ਕਰਕੇ ਇਸ ਗੱਲ ਦੀ ਆਸ਼ੰਕਾ ਲਾਈ ਜਾ ਰਹੀ ਸੀ ਕਿ ਸ਼ਾਇਦ ਜਿਮ ਜਾਂ ਯੋਗਾ ਕੇਂਦਰ ਨਹੀਂ ਖੁੱਲ੍ਹਣਗੇ। ਪਰ ਹੁਣ ਕੱਲ੍ਹ ਸਰਕਾਰ ਨੇ ਜਿਹੜੀ ਆਪਣੀ ਗਾਈਡਲਾਈਨਸ ਇਸ਼ੂ ਕੀਤੀ ਉਹਦੇ ਹਿਸਾਬ ਨਾਲ ਖੁੱਲ੍ਹਣਗੇ। ਖੁੱਲ੍ਹਣ ਤੋਂ ਇਲਾਵਾ ਸਕੂਲ, ਯੂਨੀਵਰਸਿਟੀ, ਕਾਲਜ, ਆਈਲੈਟ ਸੈਂਟਰ ਉਹ ਹਜੇ ਵੀ ਬੰਦ ਰਹਿਣਗੇ। ਸਵੀਮਿੰਗ ਪੂਲ, ਕਲੱਬ ਵੀ, ਬਾਰ ਵੀ ਹਜੇ ਵੀ ਬੰਦ ਰਹਿਣਗੇ। ਨਾਈਟ ਕਰਫਿਊ ਹਾਲਾਂਕਿ ਕੇਂਦਰ ਦੀ ਸਰਕਾਰ ਨੇ ਹਟਾ ਲਿਆ ਸੀਗਾ, ਪਰ ਸੂਬੇ ਦੀ ਸਰਕਾਰ ਨੇ ਨਾਈਟ ਕਰਫਿਊ ਨੂੰ ਕੰਟੀਨਿਊ ਰੱਖਦੇ ਹੋਏ ਇਹ ਗੱਲ ਦੱਸੀ ਕਿ ਫਿਲਹਾਲ ਸਾਨੂੰ ਹਜੇ ਪ੍ਰੀਕਾਸ਼ਨਸ ਲੈਣ ਦੀ ਲੋੜ ਹੈ, ਕਿਉਂਕਿ ਇੱਕ ਤਰੀਕੇ ਨਾਲ ਅਗਰ ਤੁਸੀਂ ਪ੍ਰੀਕਾਸ਼ਨਸ ਨਾ ਲਓ ਔਰ ਜਦ ਬਿਮਾਰੀ ਜ਼ਿਆਦਾ ਫੈਲ ਜਾਏ ਤੇ ਉਹਦਾ ਕਿਉਰ ਮੁਸ਼ਕਿਲ ਹੁੰਦਾ। ਜੇ ਪ੍ਰੀਕਾਸ਼ਨਸ ਲੈਣ ਨਾਲ ਆਪਾਂ ਇੱਕ ਬਿਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ ਤੇ ਉਹਨੂੰ ਰੋਕਣਾ ਚਾਹੀਦਾ। ਪਰ ਇੱਦਾਂ ਦੇ ਲਿੱਤੇ ਹੋਏ ਫੈਸਲੇ ਕਿੰਨੇ ਕੁ ਕਾਰਗਰ ਹੁੰਦੇ ਹੈ ਔਰ ਕਿੰਨੀ ਕੁ ਰਾਜਨੀਤੀ ਉਹਦੇ ਵਿੱਚ ਮਿਕਸ ਹੁੰਦੀ ਹੈ। ਜਿੱਦਾਂ ਅਸੀਂ ਦਿੱਲੀ 'ਚ ਦੇਖਿਆ, ਦਿੱਲੀ ਦੇ ਵਿੱਚ ਹੋਟਲ ਖੋਲ੍ਹਣ ਦੇ ਫੈਸਲੇ ਜਾਂ ਵੀਕਲੀ ਬਾਜ਼ਾਰ ਜਿਹੜੇ ਸੰਡੇ ਬਾਜ਼ਾਰ, ਬੁੱਧ ਬਾਜ਼ਾਰ ਜਿਹੜੇ ਉੱਥੇ ਲੱਗਦੇ ਨੇ ਵੱਖ-ਵੱਖ ਏਰੀਆ ਦੇ ਵਿੱਚ, ਦਿੱਲੀ ਦੀ ਸਰਕਾਰ ਨੇ ਫੈਸਲਾ ਕੀਤਾ ਸੀਗਾ ਉਹਨਾਂ ਨੂੰ ਖੋਲ੍ਹਣ ਦਾ। ਪਰ ਉਪ ਰਾਜਿਆਪਾਲ ਉਹਨਾਂ ਨੇ ਦਿੱਲੀ ਦੀ ਸਰਕਾਰ ਦੇ ਫੈਸਲੇ ਨੂੰ ਪਲਟਦੇ ਹੋਏ ਉਹ ਫਿਰ ਦੁਬਾਰਾ ਬੈਨ ਲਾ ਸਕਦਾ। ਪਰ ਫਿਰ ਵੀ ਜੋ ਵੀ ਹੋ ਰਿਹਾ, ਮੈਂ ਫਿਰ ਦੁਬਾਰਾ ਇਸ ਗੱਲ ਨੂੰ ਕਹਾਂਗਾ ਕਿ ਭਾਵੇਂ ਫੈਸਲੇ ਲੋਕਾਂ ਦੇ ਹਿੱਤ ਦੇ ਵਿੱਚ ਲੈਣੇ ਬਹੁਤ ਜ਼ਰੂਰੀ ਹੈ ਔਰ ਉਹਦੇ ਵਿੱਚ ਰਾਜਨੀਤੀ ਆਉਣਾ ਉਹ ਬੜੀ ਮੰਦਭਾਗੀ ਗੱਲ ਹੁੰਦੀ ਹੈ। ਪਰ ਫਿਰ ਵੀ ਕਰੋਨਾ ਨੂੰ ਕੰਟਰੋਲ ਕਰਨ ਵਾਸਤੇ ਸਾਡੇ ਕੋਲ ਸਭ ਤੋਂ ਪੋਜ਼ੀਟਿਵ ਪੁਆਇੰਟ ਹੈਗਾ ਕਿ ਇਹਦੀ ਡੈਥ ਰੇਟ ਘੱਟ ਹੈਗਾ ਔਰ ਰਿਕਵਰੀ ਰੇਟ ਦਿਨ ਪ੍ਰਤੀ ਦਿਨ ਵੱਧ ਰਿਹਾ। ਦਿੱਲੀ ਦੇ ਵਿੱਚ ਰਿਕਵਰੀ ਰੇਟ 80% ਤੱਕ ਹੋ ਗਿਆ, ਜਿਹੜਾ ਦੂਜੇ ਜਾਂ ਪੂਰੇ ਦੇਸ਼ ਦੇ ਲੈਵਲ ਦੇ ਵਿੱਚ 62, 63, 66% ਹੈਗਾ, ਉਹ ਦਿੱਲੀ ਦੇ ਵਿੱਚ 80% ਹੋ ਗਿਆ। ਔਰ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਵਾਰ ਉਹ ਸਥਿਤੀ ਆਈ ਸੀ ਕਿ ਤਕਰੀਬਨ ਸਾਰੇ ਜ਼ਿਲ੍ਹੇ ਕਰੋਨਾ ਮੁਕਤ ਹੁੰਦੇ ਹੋਏ ਨਜ਼ਰ ਆ ਰਹੇ ਸੀ ਕਿ ਜਦ 186, 220, 500 ਇੱਦਾਂ ਦੇ ਪੇਸ਼ੈਂਟਸ ਇੱਕ ਦਿਨ ਦੇ ਵਿੱਚ ਰਿਲੀਜ਼ ਕੀਤੇ ਗਏ ਸੀ ਔਰ ਉਹਦਾ ਹਵਾਲਾ ਦਿੱਤਾ ਗਿਆ ਸੀ ICMR ਦੀ ਨਵੀਂ ਗਾਈਡਲਾਈਨਸ, ਜਿਹਦੇ ਵਿੱਚ ਸੰਕਰਮਣ ਨੂੰ ਲੈ ਕੇ ਵੱਖ-ਵੱਖ ਗਾਈਡਲਾਈਨਸ WHO ਵੀ ਇਸ਼ੂ ਕਰਦਾ ਹੈ ਤੇ ICMR ਵੀ ਇਸ਼ੂ ਕਰਦਾ ਹੈ। ਹੁਣ ਤੁਸੀਂ 2-3 ਦਿਨ ਪਹਿਲੇ ਖਬਰ ਸੁਣੀ ਹੋਏਗੀ ਕਿ ਕੋਈ ਵੀ ਕਰੋਨਾ ਪੇਸ਼ੈਂਟ 9 ਦਿਨ ਤੋਂ ਬਾਅਦ ਉਸ ਸੰਕਰਮਣ ਨੂੰ ਫੈਲਾਉਣ ਦੇ ਵਿੱਚ ਉਹਦਾ ਮਤਲਬ ਉਹ ਨਹੀਂ ਫੈਲਾ ਸਕਦਾ, ਯਾਨੀ 9 ਦਿਨ ਤੋਂ ਬਾਅਦ ਕੋਈ ਕਰੋਨਾ ਪੋਜ਼ਿਟਿਵ ਪੇਸ਼ੈਂਟ ਹੈ ਤੇ ਉਹਦੇ ਤੋਂ ਅੱਗੇ ਕੋਈ ਉਦੋਂ ਸੰਕਰਮਿਤ ਨਹੀਂ ਹੁੰਦਾ। ਇੱਦਾਂ ਦੀ ਨਵੀਂ ਗੱਲਾਂ ਜਦ ਸਾਨੂੰ ਕਰੋਨਾ ਦੇ ਬਾਰੇ 'ਚ ਸੁਣੀ ਜਾਂ ਸੁਣਨ ਨੂੰ ਮਿਲਦੀ ਹੈ ਤੇ ਇਹ ਜ਼ਰੂਰ ਲੱਗਦਾ ਹੈ ਕਿ ਤਾਂ ਹੀ ਇਹਦਾ ਨਾਂ COVID-19 ਰੱਖਿਆ, ਕਿਉਂਕਿ ਇਹ ਬੜਾ ਨਿਊ ਵਾਇਰਸ ਹੈਗਾ। ਇਹਦੇ ਪ੍ਰਤੀ ਸਾਨੂੰ ਜਾਣਕਾਰੀ ਹਜੇ ਤੱਕ
ਰੋਜ਼ ਨਵੀਆਂ ਮਿਲਦੀਆਂ ਔਰ ਉਸ ਸ਼ੋਧ ਨੂੰ ਕੰਟੀਨਿਊ ਰੱਖਿਆ ਜਾ ਰਿਹਾ ਹੈ। ਔਰ ਜਿੱਥੇ ਤੱਕ ਵੈਕਸੀਨ ਦੀ ਗੱਲ ਕਰੀਏ ਤੇ ਕਈ ਅੱਛੀ ਖਬਰਾਂ ਵੀ ਪਿਛਲੇ ਦਿਨਾਂ 'ਚ ਆਈ ਹੈ। ਜਦ ਟਰੰਪ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਵੀ 2 ਹਫ਼ਤੇ ਦੇ ਅੰਦਰ ਕਰੋਨਾ ਦੀ ਵੈਕਸੀਨ ਸਾਡੇ ਹੱਥ ਵਿੱਚ ਹੋਏਗੀ। ਰੂਸ ਦੇ ਵਿੱਚ ਟੈਸਟ ਤਕਰੀਬਨ ਫਾਈਨਲ ਹੋ ਗਏ ਨੇ। ਭਾਰਤ ਵੀ ਇਸ ਦੌਰ ਦੇ ਵਿੱਚ ਕਾਫੀ ਗਤੀ ਨਾਲ ਕੰਮ ਕਰ ਰਿਹਾ ਔਰ ਉਮੀਦ ਤੇ ਇਹ ਵੀ ਕੀਤੀ ਜਾ ਰਹੀ ਸੀ 15 ਅਗਸਤ ਨੂੰ ਇਹ ਕਰੋਨਾ ਵੈਕਸੀਨ ਆ ਜਾਏਗੀ, ਪਰ ਚਲੋ ਹੁਣ ਉਹਦੀ ਉਮੀਦ ਦੇ ਵਿੱਚ ਥੋੜ੍ਹਾ ਜਿਹਾ ਘਾਟਾ ਜ਼ਰੂਰ ਹੋਇਆ, ਪਰ 15 ਅਗਸਤ ਨਹੀਂ ਤੇ ਹੋਰ 10-20 ਮਹੀਨੇ ਬਾਅਦ ਆਏਗੀ। ਪਰ ਜਦ ਇਹ ਆਏਗੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਪੂਰੇ ਜਿਹੜੇ ਖਾਸ ਕਰਕੇ ਡਿਵੈਲਪਿੰਗ ਨੇਸ਼ਨ ਜਾਂ ਅੰਡਰ ਡਿਵੈਲਪਡ ਨੇਸ਼ਨ ਹੈ ਉਹਨਾਂ ਨੂੰ ਇਹ ਕਰੋਨਾ ਵੈਕਸੀਨ ਕਿੱਦਾਂ ਮਿਲੇਗੀ। ਇਹਦੇ ਉੱਤੇ ਹਜੇ ਕਿ ਭਾਰਤ ਨੇ ਵੀ ਜਾਂ ਹੋਰ ਦੇਸ਼ਾਂ ਨੇ ਵੀ ਕੋਈ ਬਹੁਤਾ ਸਟੈਪ ਨਹੀਂ ਚੱਕਿਆ, ਕਿਉਂਕਿ ਜਿਹੜੇ ਵਿਕਸਿਤ ਦੇਸ਼ ਨੇ, ਅਮੀਰ ਮੁਲਕ ਨੇ, ਉਹਨਾਂ ਦਾ ਕਰੋਨਾ ਦੀ ਦਵਾਈ ਦੇ ਉੱਤੇ ਜ਼ਿਆਦਾ ਹੱਕ ਔਰ ਪਹਿਲਾ ਹੱਕ ਹੋਏਗਾ। ਇਹਦੇ ਉੱਤੇ ਵੀ ਇੱਕ ਕੌਮਾਂਤਰੀ ਪੱਧਰ ਤੇ ਰਾਜਨੀਤੀ ਜਾਂ ਕੂਟਨੀਤੀ ਬਣਾਉਣ ਦੀ ਲੋੜ ਹੈਗੀ। ਬਿਲਕੁਲ। ਅਗਲੀ ਖਬਰ ਵੱਲ ਚੱਲਦੇ ਹਾਂ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਪ੍ਰੀਖਿਆਵਾਂ ਦੀ, ਬੋਰਡਾਂ ਦੀ, ਯੂਨੀਵਰਸਿਟੀਆਂ ਦੀ, ਤਾਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਬੋਰਡ, ਯੂਨੀਵਰਸਿਟੀਆਂ, ਪਬਲਿਕ ਸਰਵਿਸ ਕਮਿਸ਼ਨ ਤੇ ਹੋਰ ਵੀ ਜਿਹੜੇ ਅਦਾਰੇ ਨੇ ਪ੍ਰੀਖਿਆਵਾਂ ਲੈਣਾ ਚਾਹ ਰਹੇ ਨੇ ਉਹ ਪ੍ਰੀਖਿਆਵਾਂ ਲੈ ਸਕਦੇ ਨੇ। ਪ੍ਰਵਾਨਗੀ ਇਸ ਗੱਲ ਦੀ ਪੰਜਾਬ ਸਰਕਾਰ ਨੇ ਦੇ ਦਿੱਤੀ ਹੈ। ਪੰਜਾਬ ਸਰਕਾਰ ਨੇ ਇਹ ਪ੍ਰਵਾਨਗੀ ਤਾਂ ਦਿੱਤੀ ਹੈ ਜਦ UGC ਨੇ ਇਸ ਗੱਲ ਨੂੰ ਕਲੈਰੀਫਾਈ ਕਰਤਾ ਕਿ ਸਟੂਡੈਂਟਸ ਨੂੰ 30 ਸਤੰਬਰ ਤੱਕ ਆਪਣੇ ਐਗਜ਼ਾਮ ਦੇਣੇ ਪੈਣਗੇ ਜੀ। ਔਰ ਕਿਉਂਕਿ ਇਸ ਮੁੱਦੇ ਤੇ ਕੋਰਟਾਂ ਦੇ ਵਿੱਚ ਕੇਸ ਪੈਂਡਿੰਗ ਹੈਗੇ ਹੈ, ਉਹਨਾਂ ਕੇਸਿਸ ਦੇ ਰਾਹੀਂ ਸਟੂਡੈਂਟਸ ਇਹ ਨਾ ਸਮਝਣ ਕਿ ਉਹ ਸ਼ਾਇਦ ਐਗਜ਼ਾਮ ਨਾ ਦੇਣ ਜਾਂ ਨਾ ਦੇਣ ਦੀ ਵਾਰੀ ਆਏ। ਇਹ ਗਾਈਡਲਾਈਨਸ UGC ਦੀ ਫਾਈਨਲ ਹੈਗੀ ਹੈ ਔਰ ਇਸ ਗੱਲ ਦੇ ਉੱਤੇ ਸੂਬੇ ਦੇ ਮੁੱਖ ਮੰਤਰੀ ਨੇ ਵੀ UGC ਨੂੰ ਜਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਹ ਐਗਜ਼ਾਮ ਨਾ ਲਏ ਜਾਣ। ਪਰ ਕਿਉਂਕਿ UGC ਨੇ ਔਰ ਕੇਂਦਰ ਸਰਕਾਰ ਨੇ ਇਸ ਮੁੱਦੇ ਤੇ ਆਪਣੀ ਗੱਲ ਕਲੀਅਰ ਕਰਤੀ ਕਿ ਫਾਈਨਲ ਈਅਰ ਦੇ ਐਗਜ਼ਾਮਸ 30 ਸਤੰਬਰ ਤੱਕ ਸਾਰੀ ਯੂਨੀਵਰਸਿਟੀਆਂ, ਕਾਲਜਸ ਨੂੰ ਕਰਾਉਣੇ ਬਹੁਤ ਜ਼ਰੂਰੀ ਹੈ। ਭਾਵੇਂ ਉਸ ਐਗਜ਼ਾਮਸ ਨੂੰ, ਉਸ ਪ੍ਰੀਖਿਆ ਨੂੰ ਕੰਡਕਟ ਕਰਨ ਦਾ ਵੱਖ-ਵੱਖ ਤਰੀਕਾ ਹੋ ਸਕਦਾ ਹੈ। ਕੋਈ ਆਨਲਾਈਨ ਕਰ ਸਕਦਾ ਹੈ, ਕੋਈ ਅਗਰ ਕੋਈ ਵੱਡਾ ਇੰਸਟੀਟਿਊਸ਼ਨ ਹੈਗਾ ਤੇ ਉਹ ਆਪਣੇ ਜਿਹੜੇ ਸਟੂਡੈਂਟਸ ਹੈਗੇ ਹੈ ਆਪਣੇ ਲਾਗੇ ਵਾਲੇ ਸਕੂਲ ਵਿੱਚ ਜਾ ਕੇ ਉਹ ਐਗਜ਼ਾਮ ਦੇ ਸਕਦੇ ਆ। ਉਹ ਇੱਕ ਮੈਕੈਨਿਜ਼ਮ ਵੱਖਰਾ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜ ਬਣਾਉਣਗੇ, ਪਰ ਐਗਜ਼ਾਮ ਹੋਣਗੇ। ਇਹਦੇ ਉੱਤੇ ਸਟੂਡੈਂਟਸ ਨੂੰ 1% ਵੀ ਡਾਊਟ ਨਹੀਂ ਹੋਣਾ ਚਾਹੀਦਾ, ਕਿਉਂਕਿ 30 ਸਤੰਬਰ ਤੱਕ ਤੁਹਾਨੂੰ ਪ੍ਰੀਖਿਆਵਾਂ ਦੇ ਕੇ ਆਪਣਾ ਰਿਜ਼ਲਟ ਹੋਰ ਅਗਲੇ ਆਉਣ ਵਾਲੇ 15 ਦਿਨ 20 ਦਿਨਾਂ ਦੇ ਵਿੱਚ ਉਹ ਰਿਜ਼ਲਟ ਮਿਲੇਗਾ, ਤਾਂ ਕਿ ਤੁਹਾਡਾ ਉਹ ਜਿਹੜਾ ਇੱਕ ਸੰਸ਼ਯ ਹੈ ਜਦ ਤੁਸੀਂ ਡਿਗਰੀ ਪ੍ਰਾਪਤ ਕਰਕੇ ਨੌਕਰੀਆਂ ਲੱਭਣ ਜਾਂਦੇ ਹੋ ਤੇ ਤੁਹਾਡੇ ਕੋਲ ਪੂਰੇ ਤਰੀਕੇ ਨਾਲ ਤੁਸੀਂ ਉਹਦੇ ਵਾਸਤੇ ਤਿਆਰ ਹੋ। ਇਸ ਕਰਕੇ ਐਗਜ਼ਾਮ ਦੇ ਵਾਸਤੇ ਤਿਆਰੀਆਂ ਕਰੋ ਔਰ ਐਗਜ਼ਾਮ ਦਿਓ ਤੇ ਅੱਛੇ ਨੰਬਰਾਂ ਨਾਲ ਪਾਸ ਹੋ ਕੇ ਅੱਗੇ ਆਪਣਾ ਕੈਰੀਅਰ ਬਣਾਓ। ਇਹ ਸਟੂਡੈਂਟਸ ਨੂੰ ਜਿਹੜੀ ਪੰਜਾਬੀ ਵੱਲੋਂ ਵੀ ਇੱਕ ਅਪੀਲ ਹੈਗੀ। ਜੀ ਬਿਲਕੁਲ। ਪੰਜਾਬ 'ਚ ਜ਼ਹਿਰੀਲੀ ਸ਼ਰਾਬ ਕਾਰਨ 38 ਮੌਤਾਂ ਹੋਣ ਦੀ ਖਬਰ ਹੈ। ਤਰਨਤਾਰਨ, ਬਟਾਲਾ ਤੇ ਜੰਡਿਆਲਾ ਗੁਰੂ 'ਚ ਮਾਮਲੇ ਸਾਹਮਣੇ ਆਏ ਨੇ। ਹਾਲਾਂਕਿ ਜਿਹੜੇ ਅੰਮ੍ਰਿਤਸਰ ਦੇ SSP ਨੇ ਉਹਨਾਂ ਨੇ ਸਿੱਟ ਕਾਇਮ ਕਰਨ ਦਾ ਜਿਹੜਾ ਫੈਸਲਾ ਕੀਤਾ, ਉਹਦੇ ਆਦੇਸ਼ ਜਿਹੜੇ ਜਾਰੀ ਕਰ ਦਿੱਤੇ ਨੇ। ਪਰ ਸਵਾਲ ਰਾਜੀਵ ਜੀ ਇਹ ਉੱਠਦਾ ਹੈ ਕਿ ਇਹ ਸ਼ਰਾਬ ਬਣਾਉਣ ਦਾ ਤੇ ਵੇਚਣ ਦਾ ਮਤਲਬ ਕਈ ਤਾਂ ਲੋਕਾਂ 'ਚ ਹਿੰਮਤ ਕਿਵੇਂ ਆਉਂਦੀ ਹੈ ਔਰ ਮਨਜ਼ੂਰੀ ਕਿੱਥੋਂ ਮਿਲਦੀ ਹੈ? ਮਨਜ਼ੂਰੀ ਤਾਂ ਕਿਸੇ ਵੀ ਜਗ੍ਹਾ ਤੋਂ ਨਹੀਂ ਮਿਲਦੀ ਜੀ। ਔਰ ਇਹ ਜਿਹੜੀ ਸ਼ਰਾਬ ਗਲਤ ਤਰੀਕੇ ਦੀ, ਹਾਲਾਂਕਿ ਪੰਜਾਬ ਇਸ ਤਰ੍ਹਾਂ ਦਾ ਸੂਬਾ ਹੈ ਜਿਹਦੇ ਵਿੱਚ ਸ਼ਰਾਬ ਦੀ ਕੰਜ਼ੰਪਸ਼ਨ ਸਭ ਤੋਂ ਜ਼ਿਆਦਾ ਹੈ ਜੀ। ਪਰ ਅਗਰ ਕਮਾਈ ਦੀ ਗੱਲ ਕਰੀਏ, ਸਰਕਾਰੀ ਕਮਾਈ ਦੀ ਗੱਲ ਕਰੀਏ ਤੇ ਤਮਿਲਨਾਡੂ ਦੇ ਨਾਲ ਕਈ ਪੋਲੀਟੀਸ਼ੀਅਨਸ ਨੇ ਇਸ ਗੱਲ ਨੂੰ ਕੰਪੇਅਰ ਵੀ ਕੀਤਾ ਹੈ, ਜਿਹਦੇ ਵਿੱਚ ਸ਼ਰਾਬ ਦੀ ਇੱਕ ਕਾਰਪੋਰੇਸ਼ਨ ਯਾਨੀ ਸਰਕਾਰ ਉੱਥੇ ਸ਼ਰਾਬ ਵੇਚਦੀ ਹੈ, ਉਹਦੇ ਵਿੱਚ ਐਨੂਅਲ ਜਿਹੜੀ ਇਨਕਮ ਹੈਗੀ ਹੈ ਉਹ 25,000 ਕਰੋੜ ਤੋਂ ਵੀ ਵੱਧ ਹੈ। ਦੂਜੇ ਪਾਸੇ ਪੰਜਾਬ, ਜਿਹਦੇ ਵਿੱਚ ਸ਼ਰਾਬ ਦੀ ਕੰਜ਼ੰਪਸ਼ਨ ਸਭ ਤੋਂ ਜ਼ਿਆਦਾ ਹੋਣ ਦੇ ਬਾਵਜੂਦ ਵੀ ਸੂਬੇ ਦੀ ਸਰਕਾਰ ਦੀ ਕਮਾਈ ਸਿਰਫ 6,000 ਕਰੋੜ ਰੁਪਏ ਹੈ। ਇਸ ਉੱਤੇ ਕਈ ਵਾਰ ਸਵਾਲ ਉੱਠੇ, ਕਈ ਵਾਰ ਰਾਜਨੀਤੀ ਹੋਈ। ਨਵਜੋਤ ਸਿੰਘ ਸਿੱਧੂ ਉਹਨਾਂ ਜਦ ਕੈਬਨਿਟ ਮੰਤਰੀ ਹੁੰਦੇ ਸੀਗੇ, ਉਹਨਾਂ ਨੇ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਣ ਦਾ ਇੱਕ ਵਿਚਾਰ ਵੀ ਕੈਬਨਿਟ ਦੇ ਸਾਹਮਣੇ ਰੱਖਿਆ ਸੀਗਾ। ਉਸ ਵਿਚਾਰ ਨੂੰ ਤਿੱਤਰ-ਬਿੱਤਰ ਕਰ ਦਿੱਤਾ ਗਿਆ। ਪਿਛਲੇ ਦਿਨਾਂ 'ਚ ਲੋਕਡਾਊਨ ਦੇ ਦੌਰਾਨ ਹਜ਼ਾਰਾਂ ਕਰੋੜ ਰੁਪਏ ਦੀ ਸ਼ਰਾਬ ਇਲੀਗਲ ਤਰੀਕੇ ਨਾਲ ਵੰਡੀ ਗਈ ਔਰ ਉਹਦੇ ਵਿੱਚ ਕਈ ਡਿਸਟਿਲਰੀ ਜਿਹੜੀ ਪੰਜਾਬ ਦੇ ਵਿੱਚ ਹੈਗੀ ਹੈ ਉਹਨਾਂ ਦਾ ਨਾਂ ਵੀ ਆਇਆ। ਉਹਨਾਂ ਦੇ ਵਿੱਚ ਰਾਜਨੀਤਿਕ ਲੋਕਾਂ ਦਾ ਵੀ ਨਾਂ ਆਇਆ ਜਿਨ੍ਹਾਂ ਦੀ ਆਪਣੀ ਡਿਸਟਿਲਰੀ ਹੈਗੀ ਹੈ ਔਰ ਉਹਨਾਂ ਨੇ ਇਲੀਗਲ ਤਰੀਕੇ ਨਾਲ ਸ਼ਰਾਬ ਵੇਚੀ। ਇਸ ਮੁੱਦੇ ਤੇ ਕੇਂਦਰ ਸੂਬੇ ਦੀ ਸਰਕਾਰ ਦੀ ਇੱਕ ਸਟੇਟਮੈਂਟ ਆਈ, ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ, ਸਾਰੇ ਫੜੇ ਜਾਣਗੇ। ਪਰ ਉਸ ਤੋਂ ਬਾਅਦ ਇੱਕ ਵੀ ਇੱਦਾਂ ਦਾ ਸਟੈਪ ਨਹੀਂ ਲਿੱਤਾ ਜਿਹਦੇ ਰਾਹੀਂ ਅਸੀਂ ਇਸ ਗੱਲ ਨੂੰ ਸਮਝ ਸਕੀਏ ਕਿ ਸੂਬੇ ਦੇ ਮੁੱਖ ਮੰਤਰੀ ਵਾਕਈ ਸਹੀ ਕਹਿ ਰਹੇ ਸੀਗੇ ਕਿ ਸਾਰੇ ਫੜੇ ਜਾਣਗੇ, ਕਿਉਂਕਿ ਉਹਨਾਂ ਸਾਰਿਆਂ ਨੂੰ ਫੜਨ ਦੇ ਬਜਾਏ ਉਹਨਾਂ ਨੇ ਇੱਕ ਸਿੱਟ ਬਣਾਤੀ ਔਰ ਸਿੱਟ ਬਣਾਉਣ ਤੋਂ ਬਾਅਦ ਉਹ ਸਿੱਟ ਸਿਰਫ ਸਿੱਟ ਕਰਦੀ ਹੈ ਯਾਨੀ ਬੈਠਦੀ ਹੈ ਔਰ ਉਹਦੀ ਕੋਈ ਕਾਰਵਾਈ ਨਹੀਂ ਹੁੰਦੀ ਔਰ ਉਹਦਾ ਹੀ ਨਤੀਜਾ ਹੈਗਾ ਕਿ ਇਹ ਜਿਹੜਾ ਕੱਲ੍ਹ ਇਨਸੀਡੈਂਟ ਹੋਇਆ ਜਿਹਦੇ ਵਿੱਚ 38 ਲੋਕ ਮਰ ਗਏ ਔਰ ਕਿਹਾ ਜਾਂਦਾ ਹੈ ਕਿ ਮੁੱਖ ਆਰੋਪੀ ਜਿਹੜੀ ਇੱਕ ਔਰਤ ਹੈਗੀ ਹੈ ਬਲਵਿੰਦਰ ਕੌਰ,
ਉਹ ਪਿਛਲੇ 20 ਸਾਲਾਂ ਤੋਂ ਇਹੀ ਕੰਮ ਕਰ ਰਹੀ ਸੀਗੀ ਔਰ ਸਾਰਿਆਂ ਨੂੰ ਪਤਾ ਸੀਗਾ। ਔਰ ਦੂਜੀ ਇੱਕ ਆਰੋਪੀ, ਉਹ ਵੀ ਇੱਕ ਔਰਤ ਹੈਗੀ ਹੈ ਜਿਹਨੂੰ ਆਪਾਂ ਫੌਜਨ ਕਰਕੇ ਉੱਥੇ ਕਹਿੰਦੇ ਨੇ, ਉਹਨੂੰ ਹੁਣ ਲੱਭਦੇ ਪਏ ਨੇ। ਜਦ ਕਿ ਪੂਰੇ 3 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਇਹ ਵਾਰਦਾਤ ਹੋਈ ਹੈ, ਜਿਹਦੇ ਵਿੱਚ 38 ਤੋਂ 40 ਲੋਕ ਮਰ ਗਏ ਨੇ, ਔਰ ਉਹਨਾਂ ਦੇ ਮਰਨ ਤੋਂ ਪਹਿਲੇ ਵੀ ਔਰ ਬਾਅਦ ਚੋਂ ਵੀ ਸਾਰਿਆਂ ਨੂੰ ਪਤਾ ਆਰੋਪੀ ਕੌਣ ਹੈ। ਔਰ ਕਈ ਵਾਰ ਉਹਨਾਂ ਦੇ ਖਿਲਾਫ FIR ਵੀ ਦਰਜ ਹੋਈ ਹੈ, ਪਰ ਅੱਜ ਤੱਕ ਐਕਸ਼ਨ ਨਹੀਂ ਹੋਇਆ। ਬਗੈਰ ਪੁਲਿਸ ਦੀ ਮਿਲੀ ਭੁਗਤ ਤੋਂ ਇਹ ਕੰਮ ਹੋ ਹੀ ਨਹੀਂ ਸਕਦਾ। ਅੱਜ ਵੀ ਇੱਕ ਸਿੱਟ ਬਣਾਉਣ ਦੀ ਗੱਲ ਚੱਲ ਰਹੀ ਹੈ, ਜੋ ਕਿ ਸ਼ਰਾਬ ਮਾਫੀਆ ਨੂੰ ਕੰਟਰੋਲ ਕਰਨ ਵਾਸਤੇ ਕੁਝ ਦਿਨ ਪਹਿਲੇ ਮੁੱਖ ਮੰਤਰੀ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ। ਉਸ ਤੋਂ ਬਾਅਦ ED ਨੇ ਵੀ ਇਸ ਗੱਲ ਦਾ ਕੋਗਨੀਜੈਂਸ ਲੈਂਦੇ ਹੋਏ ਕਈ ਜ਼ਿਲ੍ਹੇ ਦੇ SSP ਨੂੰ ਇੱਕ ਚਿੱਠੀ ਲਿਖ ਕੇ ਉਹਨਾਂ ਤੋਂ ਇਹ ਮੰਗਿਆ ਕਿ ਵੀ ਸਾਨੂੰ ਇਹਨਾਂ ਕੇਸਿਸ ਦੀ ਡਿਟੇਲ ਦਿਓ, ਕਿਹੜੇ ਵੱਡੇ ਮੱਛੀਆਂ ਹੈਗੀਆਂ ਜਿਹੜੀ ਇਸ ਟ੍ਰੇਡ ਦੇ ਵਿੱਚ ਇਨਵੋਲਵ ਨੇ, ਤਾਂ ਕਿ ਅਸੀਂ ਉਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਸ਼ੁਰੂ ਕਰ ਸਕੀਏ। ਪਰ ਕਿਸੇ ਵੀ ਜ਼ਿਲ੍ਹੇ ਦੇ SSP ਨੇ ਉਹ ਲੈਟਰ ਦਾ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ। ਕਾਰਨ ਕਿ ਅਗਰ ਉਹ ਲੈਟਰ ਦਾ ਜਵਾਬ ਦਿੱਤਾ ਜਾਂਦਾ, ਉਹ ਨਾ ਉਜਾਗਰ ਹੁੰਦੇ, ਤੇ ਜਿਸ ਗੱਲ ਨੂੰ ਛੁਪਾਉਣ ਵਾਸਤੇ ਸਿੱਟ ਬਣਾਈ ਗਈ ਸੀ, ਉਸ ਸਿੱਟ ਦਾ ਮਨਸ਼ਾ ਹੀ ਮਤਲਬ ਹੀ ਖਤਮ ਹੋ ਜਾਂਦਾ। ਔਰ ਇਸ ਕਰਕੇ ਹੀ ED ਨੂੰ ਵੀ ਆਪਣੀ ਜਾਂਚ ਤੋਂ ਰੋਕਿਆ ਗਿਆ, ਕਿਉਂਕਿ ED ਦੀ ਜਾਂਚ ਕੇਂਦਰ ਸਰਕਾਰ ਦੇ ਅੰਦਰ ਆਉਂਦੀ ਹੈ। ਔਰ ਅਗਰ ਉਹ ਜਾਂਚ ਅੱਗੇ ਵੱਧਦੀ ਤੇ ਸੂਬੇ ਦੀ ਪੁਲਿਸ ਔਰ SIT ਜਿੰਨੀਆਂ ਬਣਾਉਂਦੇ ਨੇ, ਉਹ ਵੀ ਇੱਕ ਐਕਸਪੋਜ਼ ਹੁੰਦੀ। ਇਹਦੇ ਵਾਸਤੇ ਇੱਕ ਬੜਾ ਵੱਡਾ ਰਾਜਨੀਤਿਕ ਔਰ ਮਾਫੀਆ ਨੈਕਸਸ ਹੈਗਾ, ਜਿਹਨੂੰ ਤੋੜਨ ਦੀ ਲੋੜ ਹੈ। ਔਰ ਉਮੀਦ ਕਰਦੇ ਹਾਂ ਕਿ ਸੂਬੇ ਦੇ ਮੁੱਖ ਮੰਤਰੀ ਨਾ ਸਿਰਫ ਕਾਗਜ਼ੀ ਤੌਰ 'ਤੇ ਬਲਕਿ ਪ੍ਰੈਕਟੀਕਲ ਤਰੀਕੇ ਨਾਲ ਵੀ ਇਸ ਮਾਫੀਆ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਔਰ ਖਤਮ ਕਰਨਗੇ, ਤਾਂ ਕਿ ਇਸ ਤਰ੍ਹਾਂ ਦੀ ਮੌਤਾਂ ਜਿਹੜੀ ਜਾਲੀ ਸ਼ਰਾਬ ਬਣਾ ਕੇ ਹੁੰਦੀਆਂ, ਉਹਨੂੰ ਵੀ ਖਤਮ ਕੀਤਾ ਜਾਏ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਹੈ ਰਾਜਸਥਾਨ 'ਚ ਚੱਲ ਰਹੇ ਸਿਆਸੀ ਘਮਾਸਾਨ ਦੇ ਨਾਲ ਜੁੜੀ ਹੋਈ ਹੈ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਨਾਲ ਹਮਾਇਤੀ ਜਿਹੜੇ 97 ਵਿਧਾਇਕ ਨੇ, ਉਹ ਚਾਰਟਰਡ ਪਲੇਨ ਦੇ ਵਿੱਚ ਜੈਪੁਰ ਤੋਂ ਜੈਸਲਮੇਰ ਪਹੁੰਚੇ। ਔਰ ਇਹਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਖਰੀਦੋ ਫਰੋਖਤ ਤੋਂ ਬਚਾਉਣਾ ਹੈ। ਦਰਅਸਲ ਉਹਨਾਂ ਦੇ ਜਿਹੜੇ ਰੇਟ ਨੇ ਵਿਧਾਇਕਾਂ ਦੇ, ਉਹ ਵੱਧ ਗਏ ਨੇ। ਕਿਵੇਂ ਵੇਖਦੇ ਹੋ ਇਸ ਖਬਰ ਨੂੰ? ਬੜੀ ਸ਼ਰਮਨਾਕ ਗੱਲ ਹੈਗੀ ਹੈ ਕਿ ਜਦ ਅਸੀਂ ਭਾਰਤ ਯਾਨੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਤੇ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਹੁਣੇ ਕਹਿ ਕੇ ਹਟੇ ਹੋ ਕਿ ਵਿਧਾਇਕਾਂ ਦੇ ਰੇਟ ਬਹੁਤ ਵੱਧ ਗਏ ਨੇ, ਔਰ ਇਹ ਸਟੇਟਮੈਂਟ ਕੌਣ ਦੇ ਰਿਹਾ ਹੈ? ਇੱਕ ਸੂਬੇ ਦਾ ਮੁੱਖ ਮੰਤਰੀ ਜੋ ਆਪਣੇ MLAs ਨੂੰ, ਜਿਹੜੇ ਕਾਂਗਰਸ ਦੇ MLAs ਨੇ ਜਾਂ ਸਰਕਾਰ ਦੇ ਸਪੋਰਟ ਕਰਨ ਵਾਲੇ MLA ਨੇ, ਉਹਨਾਂ ਨੂੰ ਲੋਕਾਂ ਦੀ ਨਜ਼ਰਾਂ ਤੋਂ, ਲੋਕਾਂ ਨਹੀਂ, ਲੋਕ ਤੇ ਆਪਾਂ ਕਹਿ ਰਹੇ ਹਾਂ, ਭਾਜਪਾ ਤੋਂ ਬਚਾਉਣ ਵਾਸਤੇ ਉਹ ਹੁਣ ਪਾਕਿਸਤਾਨ ਦੇ ਬਾਰਡਰ ਦੇ ਵਿੱਚ ਵਸਿਆ ਹੋਇਆ ਡਿਸਟ੍ਰਿਕਟ ਜੈਸਲਮੇਰ, ਉੱਥੇ ਤੱਕ ਤੇ ਪਹੁੰਚ ਗਏ ਨੇ। ਔਰ ਭਾਜਪਾ ਵਾਲੇ ਇਸ ਗੱਲ ਦੇ ਮਜ਼ਾਕ ਵੀ ਉਡਾ ਰਹੇ ਨੇ। ਹੁਣ ਉਸ ਤੋਂ ਅੱਗੇ ਤੇ ਪਾਕਿਸਤਾਨ ਹੈਗਾ। ਹੁਣ ਕਿਤੇ ਅਸ਼ੋਕ ਗਹਿਲੋਤ ਸਾਡੇ ਤੋਂ ਬਚਾਉਣ ਵਾਸਤੇ ਉਹਨਾਂ ਨੂੰ ਕਿਤੇ ਪਾਕਿਸਤਾਨ ਨਾ ਲੈ ਜਾਣ। ਇੱਕ ਤੇ BJP ਦੇ ਲੀਡਰ ਨੇ ਇੱਥੇ ਤੱਕ ਵੀ ਕਹਿ ਦਿੱਤਾ ਵੀ ਇਹ ਜਿਹੜੇ 97 ਤੁਹਾਡੇ MLA ਹੈਗੇ ਆ, ਇਹਨਾਂ ਨੂੰ ਪੀਪੇ ਦੇ ਦਿਓ, ਇਹ ਪੀਪੇ ਬਚਾਉਣ ਤੇ ਟਿੱਡੀ ਦਲ ਭਜਾਉਣ। ਮਤਲਬ ਹੁਣ ਲਾਅ ਮੇਕਰ ਨੂੰ ਕਾਨੂੰਨ ਕਿਸ ਵਾਸਤੇ ਬਣਾਇਆ ਜਾਂਦਾ? ਕਾਨੂੰਨ ਬਣਾਇਆ ਜਾਂਦਾ ਹੈ ਕਿ ਐਂਟੀ ਡਿਫੈਕਸ਼ਨ ਲਾਅ ਬਣਿਆ ਸੀਗਾ। ਕੇਂਦਰ ਸਰਕਾਰ ਦੀ ਬੜੀ ਵਧੀਆ ਮਨਸ਼ਾ ਸੀਗੀ ਕਿ ਐਂਟੀ ਡਿਫੈਕਸ਼ਨ ਲਾਅ ਦੇ ਰਾਹੀਂ ਕਿਸੇ ਵੀ ਪੋਲੀਟੀਕਲ ਪਾਰਟੀ ਜਾਂ ਕਿਸੇ ਵੀ ਪੋਲੀਟੀਸ਼ੀਅਨ ਦੇ ਦਲ ਬਦਲੂ ਹੋਣ ਦਾ ਆਰੋਪ ਨਾ ਲੱਗੇ, ਕਿਉਂਕਿ ਹਰਿਆਣਾ ਤੋਂ ਇਹ ਰਾਜਨੀਤੀ ਸ਼ੁਰੂ ਹੋਈ ਸੀ ਦਲ ਬਦਲੂ ਵਾਲੀ। ਆਇਆ ਰਾਮ ਗਿਆ ਰਾਮ ਦੀ ਗੱਲ ਤੁਸੀਂ ਬੜੀ ਸੁਣੀ ਹੋਏਗੀ। ਉਸ ਤੋਂ ਬਾਅਦ ਹੁਣ ਇਸ ਦਲ ਬਦਲੂ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ ਐਂਟੀ ਡਿਫੈਕਸ਼ਨ ਲਾਅ ਸੀਗਾ। ਔਰ ਉਸ ਤੋਂ ਇਲਾਵਾ ਜਿਹੜੀ ਸੂਬੇ ਦੇ ਵਿੱਚ ਮੰਤਰੀਆਂ ਦੀ ਸੰਖਿਆ ਹੈ ਕਿਸੇ ਵੀ ਸੂਬੇ ਦੇ ਵਿੱਚ, ਉਹਨੂੰ ਵੀ ਲਿਮਿਟ ਕਰਨ ਦੇ ਵਾਸਤੇ ਇੱਕ ਕਨਸਟੀਟਿਊਸ਼ਨ ਬਣਿਆ ਸੀਗਾ ਜਾਂ ਅਮੈਂਡਮੈਂਟ ਹੋਇਆ ਸੀਗਾ ਕਿ 15% ਤੋਂ ਜ਼ਿਆਦਾ ਤੁਸੀਂ ਕੈਬਨਿਟ ਮਿਨਿਸਟਰ ਨਹੀਂ ਬਣਾ ਸਕਦੇ। ਪਰ ਉਹਦਾ ਵੀ ਤੋੜ ਜਿਨ੍ਹਾਂ ਨੇ ਲਾਅ ਬਣਾਇਆ ਉਹਨਾਂ ਨੇ ਹੀ ਲੱਭਿਆ। ਉਸ ਤੋਂ ਬਾਅਦ ਤੁਸੀਂ ਦੇਖਿਆ ਹੋਵੇਗਾ ਚੀਫ ਪਾਰਲੀਮੈਂਟਰੀ ਸੈਕਟਰੀ ਬਣ ਗਏ, ਕਦੀ ਕੋਈ ਪੋਲੀਟੀਕਲ ਅਸਿਸਟੈਂਟਸ ਦੀ ਗੱਲ ਚੱਲਦੀ ਹੈ ਜਾਂ ਕੋਈ ਹੋਰ ਅਹੁਦੇ ਦੇ ਕੇ ਉਹਨਾਂ ਵਿਧਾਇਕਾਂ ਨੂੰ ਐਡਜਸਟ ਕੀਤਾ ਜਾਂਦਾ ਹੈ। ਅਤੇ ਮੈਨੂੰ ਇਹ ਲੱਗਦਾ ਹੈ ਕਿ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਮਜ਼ਾਕ ਇਹੀ ਹੁੰਦਾ ਹੈ ਜਦ ਲਾਅ ਮੇਕਰ ਆਪਣੇ ਬਣਾਏ ਹੋਏ ਲਾਅ ਨੂੰ ਤੋੜਨ ਦਾ ਵੀ ਨੁਕਤਾ ਉਸ ਪਾਰਲੀਮੈਂਟ, ਉਸ ਅਸੈਂਬਲੀ ਦੇ ਵਿੱਚ ਹੀ ਲੱਭਣ, ਤਾਂ ਕਿ ਉਹ ਚੋਰ ਰਸਤਾ ਜਾਂ ਪਤਲੀ ਗਲੀ ਦੇ ਰਾਹੀਂ ਆਪਣੇ ਮਨਸੂਬੇ ਰਾਜਨੀਤਿਕ ਮਨਸੂਬਿਆਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹ ਇੱਕ ਬਹੁਤ ਮੰਦਭਾਗੀ ਗੱਲ ਹੈ। ਜੀ ਰਾਜੀਵ ਜੀ, ਖਬਰਾਂ ਬਹੁਤ ਸਾਰੀਆਂ ਨੇ ਪਰ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ। ਪ੍ਰੋਗਰਾਮ ਦੇ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇਸ ਦੇ ਨਾਲ ਹੀ ਮੈਨੂੰ ਵੰਦਨਾ ਖੰਨਾ ਨੂੰ ਤੇ ਸਾਡੇ ਮਾਹਿਰ ਮਹਿਮਾਨ ਰਾਜੀਵ ਭਾਸਕਰ ਨੂੰ ਦਿਓ ਇਜਾਜ਼ਤ। ਧੰਨਵਾਦ।